ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕਾ। ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਪ੍ਰਾਨੀ ਕੌਣ ਉਪਾਉ ਕਰੈ। ਜਾਤੇ ਭਗਤ ਰਾਮ ਕੀ ਪਾਵੈ। ਜਮ ਕੋ ਤਰਾਸ ਹਰੈ। ਪ੍ਰਾਨੀ ਕੌਣ ਉਪਾਉ ਕਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਿਵਾਜ ਅੰਤਰਜਾਮੀ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ। ਚਵਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਨੇ ਬੜੀ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਣੇ ਚਰਨ ਕਮਲਾਂ ਪਾਸ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਓ ਜਿੱਥੇ ਬੈਠ ਕੇ ਗੁਰਬਾਣੀ ਦੇ ਨਿਤਨੇਮ ਗੁਰਬਾਣੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਸਤਿਗੁਰਾਂ ਨੂੰ ਸੀਸ ਝੁਕਾ ਕੇ ਅਦਬ ਅਤੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਬਾਣੀ ਦੇ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 632 ਤੇ ਸੁਭਾਏਮਾਨ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਸ਼ੁਭ ਸਿੱਖਿਆ
ਜੀਵਨ ਦੀ ਸਫਲਤਾ ਵਾਸਤੇ, ਆਪਣੇ ਜਨਮ ਦੀ ਕਲਿਆਣ ਵਾਸਤੇ, ਪਰਮੇਸ਼ਰ ਦੇ ਚਰਨਾਂ ਵਿੱਚ ਨਿਵਾਸ ਦੇ ਲਈ, ਉਸ ਪ੍ਰਮਾਤਮਾ ਦੇ ਨਾਲ ਸਾਡੀ ਬਣ ਆਵੇ, ਇਸ ਪ੍ਰਤੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪ੍ਰਾਨੀ ਕੌਣ ਉਪਾਉ ਕਰੈ। ਜਗਿਆਸੂ ਮੁਖ ਦੁਆਰਾ ਮਹਾਰਾਜ ਸਾਹਿਬ ਜੀ ਪਹਿਲਾਂ ਪ੍ਰਸ਼ਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਸਾਨੂੰ ਕਿਰਪਾ ਕਰਕੇ ਦੱਸਣਾ ਕਰੋ ਕਿ ਇਸ ਪ੍ਰਾਣੀ ਨੂੰ, ਇਸ ਜੀਵ ਨੂੰ ਕਿਹੜਾ ਉਪਾਅ ਕਰਨਾ ਚਾਹੀਦਾ ਹੈ, ਕੈਸਾ ਯਤਨ ਕਰਨਾ ਚਾਹੀਦਾ ਹੈ, ਤੇ ਕਿਹੜੀ ਵਿਧੀ ਹੈ, ਕਿਹੜਾ ਤਰੀਕਾ ਹੈ, ਕਿਹੜਾ ਉਦਮ ਹੈ ਜਿਹੜਾ ਜੀਵ ਨੂੰ ਕਰਨਾ ਚਾਹੀਦਾ ਹੈ। ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਜਿਸ ਉਦਮ ਦੇ ਕਰਕੇ, ਜਿਸ ਯਤਨ ਦੇ ਕਰਕੇ, ਜਿਸ ਤਰੀਕੇ ਨੂੰ ਵਰਤ ਕੇ ਪਰਮਾਤਮਾ ਦੀ ਭਗਤੀ ਇਹਨੂੰ ਪ੍ਰਾਪਤ ਹੋ ਜਾਵੇ ਜੀਵ ਨੂੰ। ਸਾਨੂੰ ਕਲਯੁਗੀ ਜੀਵਾਂ ਨੂੰ ਪਰਮਾਤਮਾ ਅਕਾਲ ਪੁਰਖ ਦੀ ਭਗਤੀ ਮਿਲ ਜਾਵੇ ਅਤੇ ਜਿਹੜਾ ਜਮਾਂ ਦਾ ਤਰਾਸ ਹੈ, ਜਮਦੂਤਾਂ ਦਾ ਡਰ ਹੈ, ਭੈ ਹੈ, ਇਹ ਖਤਮ ਹੋ ਜਾਵੇ। ਮਹਾਰਾਜ ਇਸ ਦਾ ਕੋਈ ਤਰੀਕਾ ਦੱਸੋ, ਇਹਦਾ ਕਿਹੜਾ ਯਤਨ ਕਰਨਾ ਚਾਹੀਦਾ ਹੈ, ਕਿਹੜਾ ਤਰੀਕਾ ਵਰਤਣਾ ਚਾਹੀਦਾ ਹੈ। ਰਹਾਉ ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰਈ। ਮਹਾਰਾਜ ਇਸ ਦੇ ਵਾਸਤੇ ਕਿਹੜਾ ਧਰਮ ਕਰੀਏ, ਕਿਹੜਾ ਕਰਮ ਕਮਾਈਏ, ਤੇ ਇਸੇ ਪ੍ਰਕਾਰ ਵਿਦਿਆ ਕਿਹੋ ਜਿਹੀ ਪੜ੍ਹੀਏ, ਇਹ ਸਾਰੇ ਮਹਾਰਾਜ ਜੀ ਨੇ ਪ੍ਰਸ਼ਨ ਰੂਪ ਵਿੱਚ ਬਚਨ ਉਚਾਰਨ ਕੀਤੇ ਨੇ ਪਹਿਲਾਂ, ਫਿਰ ਉੱਤਰ ਵੀ ਇਸੇ ਸ਼ਬਦ ਵਿੱਚ ਮਹਾਰਾਜ ਜੀ ਨੇ ਦਿੱਤਾ ਹੈ। ਸਤਿਗੁਰੂ ਜੀ ਹੁਣ ਪ੍ਰਸ਼ਨ ਰੂਪ ਵਿੱਚ ਬਚਨ ਕਰਦੇ ਨੇ ਕਿ ਕਰਮ ਕਿਹੋ ਜਿਹਾ ਕਰੀਏ। ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ, ਮਹਾਰਾਜ ਕਿਹੋ ਜਿਹਾ ਕਰਮ ਕਰੀਏ ਕਿ ਪ੍ਰਮਾਤਮਾ ਦੀ ਸਾਨੂੰ ਪ੍ਰਾਪਤੀ ਹੋ ਜਾਵੇ, ਸਾਨੂੰ ਭਗਤੀ ਮਿਲ ਜਾਵੇ ਅਤੇ ਜਮਾਂ ਦਾ ਤਰਾਸ ਜਿਹੜਾ ਡਰ ਹੈ ਉਹ ਮਿਟ ਜਾਵੇ। 5 ਪ੍ਰਕਾਰ ਦੇ ਕਰਮ ਹੁੰਦੇ ਨੇ, ਨਿਤ, ਨਮਿਤ, ਪ੍ਰਾਸ਼ਚਿਤ, ਕਾਮਕੀ ਅਤੇ ਨਖਿੱਧ। ਇਹਨਾਂ 5 ਕਰਮਾਂ ਦੇ ਵਿੱਚੋਂ ਕਿਹੜੇ ਕਰਮ ਕਰੀਏ ਅਤੇ ਕਿਹੜੀ ਵਿਦਿਆ ਪੜ੍ਹੀਏ। 3 ਪ੍ਰਕਾਰ ਦੀ ਵਿਦਿਆ ਦਾ ਜ਼ਿਕਰ ਆਉਂਦਾ ਹੈ, ਨ੍ਰਿਤਕ, ਨਾਟਕ ਤੇ ਆ ਗਾਉਣ ਵਜਾਉਣ ਵਾਲੀ। ਇਹ 3 ਪ੍ਰਕਾਰ ਦੀ ਵਿਦਿਆ ਵਿੱਚੋਂ ਕਿਹੋ ਜਿਹੀ ਵਿਦਿਆ ਪੜ੍ਹੀ ਜਾਵੇ ਅਤੇ ਧਰਮ ਕੌਣ ਫੁਨ ਕਰਈ, ਫਿਰ ਧਰਮ ਕਿਹੜਾ ਕਰੀਏ, ਕਿਉਂਕਿ ਜੁਗ ਜੁਗ ਆਪੋ ਆਪਣਾ ਧਰਮ ਹੈ, ਜੁਗਾ ਜੁਗਾ ਕਾ ਆਪੋ ਆਪਣਾ ਧਰਮ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਖੋ ਵੱਖਰੇ ਧਰਮ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਉਦਾਹਰਨਾਂ ਬੜੀਆਂ ਆਈਆਂ ਹਨ। ਮਹਾਰਾਜ ਜੀ ਨੇ ਕਿਹਾ ਨਾ, 7 ਯੁਗ 7, ਤੇਤਾ ਜੱਗੀ, ਦੁਆਪਰ ਪੂਜਾ 4, ਤੀਨੋਂ ਯੁਗ ਤੀਨੋਂ ਦੇੜੇ, ਕਲ ਕੇਵਲ ਨਾਮ ਆਧਾਰ। ਕਹਿੰਦੇ 7 ਯੁਗ ਦਾ ਧਰਮ ਕੀ ਸੀ, ਕਿਹੜੇ ਕਰਮ ਉਸ ਵੇਲੇ ਲੋਕ ਕਰਿਆ ਕਰਦੇ। 7 ਯੁਗ 7, 7 ਯੁਗ ਦੇ ਵਿੱਚ 7 ਪ੍ਰਤੱਗੀ ਹੋਣਾ, ਸੱਚ ਬੋਲਣਾ, ਇਹ ਉਹਨਾਂ ਲੋਕਾਂ ਦਾ ਧਰਮ ਸੀ। 7 ਯੁਗ 7, ਤੇਤਾ ਜੱਗੀ। ਤ੍ਰੇਤੇ ਦੇ ਵਿੱਚ ਲੋਕ ਜਗ ਕਰਨ ਨੂੰ ਧਰਮ ਮੰਨਦੇ ਸਨ, ਐਸਾ ਕਰਮ ਕਰਦੇ। ਦੁਆਪਰ ਪੂਜਾ 4, ਦੁਆਪਰ ਦੇ ਵਿੱਚ ਪੂਜਾ ਪ੍ਰਤਿਸ਼ਠਾ ਕਰਨੀ, ਪੂਜਨ ਕਰਨਾ, ਇਹ ਧਰਮ ਮੰਨਿਆ ਜਾਂਦਾ ਸੀ ਕਲਿਆਣ ਵਾਸਤੇ। ਪਰ ਮਹਾਰਾਜ ਜੀ ਕਹਿੰਦੇ ਤੀਨੋਂ ਯੁਗ ਤੀਨੋਂ ਦੇੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਤਾਂ ਭਾਈ ਕੇਵਲ ਨਾਮ ਦਾ ਹੀ ਆਸਰਾ ਹੈ। ਮਹਾਰਾਜ ਜੀ ਕਹਿੰਦੇ ਨੇ, ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਆਣ ਰੂਤੀ ਨਾਹੀ। ਹੁਣ ਕੋਈ ਹੋਰ ਰੁੱਤ ਨਹੀਂ ਹੈ ਕਿ ਹੋਰ ਕੋਈ ਬੀਜ ਬੀਜਿਆ ਜਾਵੇ, ਕੇਵਲ ਨਾਮ ਦੀ ਰੁੱਤ ਹੈ ਕਲਯੁਗ ਤਾਂ। ਜਿਹੋ ਜੀ ਰੁੱਤ ਹੋਵੇ ਬੀਜ ਵੀ ਉਹੋ ਜਿਹਾ ਹੀ ਬੀਜਣਾ ਚਾਹੀਦਾ ਹੈ। ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਬੀਜ ਦਈਏ, ਉਹਦਾ ਫਲ ਨਹੀਂ ਮਿਲੇਗਾ। ਮਹਾਰਾਜ ਬਚਨ ਕਰਦੇ ਨੇ, ਆਣ ਰੂਤੀ ਆਣ ਬੋਈ ਹੈ, ਫਲ ਨਾ ਫੂਲੈ ਤਾਹੇ। ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਬੀਜ ਦਈਏ, ਉਹਨੂੰ ਕੋਈ ਫਲ ਨਹੀਂ ਲੱਗਦਾ ਹੈ। ਜਿਸ ਬੀਜ ਦੀ ਰੁੱਤ ਹੋਵੇ ਉਹੀ ਬੀਜ ਬੀਜਣਾ ਚਾਹੀਦਾ ਹੈ। ਤੇ ਕਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਤਾਂ ਭਾਈ ਕੇਵਲ ਇੱਕੋ ਹੀ
ਬੀਜ ਬੀਜਣਾ ਚਾਹੀਦਾ ਹੈ। ਨਾਮ ਦੀ ਹੀ ਰੁੱਤ ਹੈ। ਸਤਿਗੁਰੂ ਜੀ ਕਹਿੰਦੇ ਨੇ ਨਾਮ ਦਾ ਹੀ ਭਾਈ ਆਸਰਾ ਹੈ। ਕਲਯੁਗ ਦੇ ਵਿੱਚ ਤਾਂ ਸਾਰੇ ਜੀਵਾਂ ਨੂੰ, ਤਮਾਮ ਕਾਇਨਾਤ ਨੂੰ ਗੁਰੂ ਸਾਹਿਬ ਜੀ ਇੱਥੇ ਪੁੱਛਣਾ ਕਰਦੇ ਨੇ, ਮਹਾਰਾਜ 5 ਪ੍ਰਕਾਰ ਦੇ ਕਰਮਾਂ ਵਿੱਚੋਂ ਕਿਹੜਾ ਕਰਮ ਕਰੀਏ? 3 ਪ੍ਰਕਾਰ ਦੀ ਵਿਦਿਆ ਵਿੱਚੋਂ ਕਿਹੜੀ ਵਿਦਿਆ ਪੜ੍ਹੀਏ? ਜੁਗਾਂ ਜੁਗਾਂ ਦੇ ਵੱਖੋ ਵੱਖਰੇ ਧਰਮ ਹਨ, ਇਹਨਾਂ ਦੇ ਵਿੱਚੋਂ ਕਿਹੜੇ ਧਰਮ ਨੂੰ ਕਮਾਉਣਾ ਕਰੀਏ? ਕੌਣ ਨਾਮ ਗੁਰ ਜਾ ਕੈ ਸਿਮਰੈ, ਭਵ ਸਾਗਰ ਕਉ ਤਰਈ। ਤੇ ਮਹਾਰਾਜ ਕਿਹੜਾ ਵੱਡਾ ਨਾਮ ਹੈ ਜਿਸ ਦਾ ਸਿਮਰਨ ਕਰਕੇ ਭੈਦਾਇਕ ਵੱਡੇ ਸਮੁੰਦਰ ਨੂੰ ਤਰ ਜਾਈਦਾ ਹੈ? ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੈ। ਹੁਣ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਹਨ ਸਾਰੇ ਪ੍ਰਸ਼ਨਾਂ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਕਲ ਮੈਂ ਏਕ ਨਾਮ ਕਿਰਪਾ ਨਿਧ। ਕਲਯੁਗ ਦੇ ਵਿੱਚ ਭਾਈ ਕੇਵਲ ਇੱਕੋ ਹੀ ਪ੍ਰਮਾਤਮਾ ਜੋ ਕਿਰਪਾ ਦਾ ਖਜ਼ਾਨਾ ਹੈ, ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦਾ ਨਾਮ ਹੈ ਜਿਹੜਾ, ਉਹ ਜਪਣ ਦੇ ਨਾਲ ਗਤ ਪਾਵੈ, ਮੁਕਤ ਹੋਈਦਾ, ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਇਹੀ ਵੱਡਾ ਯਤਨ ਹੈ, ਇਹੀ ਉਪਾਅ ਹੈ ਜੀਵਨ ਦੀ ਸਫਲਤਾ ਦਾ। ਹੋਰ ਜਿੰਨੇ ਵੀ ਕਰਮ ਧਰਮ ਹਨ ਉਹਨਾਂ ਤੋਂ ਵਧੇਰੇ ਇਹ ਲਾਭਦਾਇਕ ਹੈ, ਵਧੇਰੇ ਸਫਲ ਹੈ। ਅੱਗੇ ਮਹਾਰਾਜ ਫਰਮਾਉਂਦੇ ਹਨ, ਔਰ ਧਰਮ ਤਾ ਕੈ ਸਮ ਨਾਹਨ, ਇਹ ਵਿਦ ਵੇਦ ਵੇਦ ਬਤਾਵੈ। ਹੋਰ ਜਿਹੜੇ ਧਰਮ ਕਰਮ ਹਨ, ਵਿਦਿਆਵਾਂ ਹਨ, ਜਿੰਨੀ ਕੋਈ ਮਰਜ਼ੀ ਪੜ੍ਹਾਈ ਕਰੀ ਜਾਵੇ, ਜਿੰਨੇ ਮਰਜ਼ੀ ਕੋਈ ਧਾਰਮਿਕ ਕਰਮ ਕਰੀ ਜਾਏ, ਭਾਵੇਂ ਕੋਈ ਨਿਤ ਕਰਮ ਕਰੇ, ਨਿਮਿਤ ਕਰਮ ਕਰੇ, ਪ੍ਰਾਸ਼ਚਿਤ ਕਰਮ ਕਰੇ, ਕਾਮ ਕੀ ਕਰੇ, ਨਿਖਿੱਧ ਕਰਮ ਕਰੇ, ਕੋਈ ਵੀ ਕਰੀ ਜਾਏ, ਨਾਮ ਦੇ ਤੁਲ ਨਹੀਂ ਹੈ। ਵਿਦਿਆ ਜਿਸ ਪ੍ਰਕਾਰ ਦੀ ਕੋਈ ਮਰਜ਼ੀ ਪੜ੍ਹੀ ਜਾਏ, ਵਿਦਵਾਨ ਬਣ ਜਾਵੇ, ਪਰ ਜੇ ਉਹਦੇ ਕੋਲੇ ਨਾਮ ਨਹੀਂ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਕਲਿਆਣ ਨਹੀਂ ਹੋ ਸਕਦੀ। ਵੇਖੋ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹਨ। ਅੱਜ ਕੱਲ੍ਹ ਜ਼ੋਰ ਦਿੱਤਾ ਜਾਂਦਾ ਜੀ ਮਨੁੱਖ ਦੇ ਕੋਲ ਗਿਆਨ ਹੋਣਾ ਚਾਹੀਦਾ ਹੈ, ਮਨੁੱਖ ਦੇ ਕੋਲ ਪੜ੍ਹਾਈ ਬਹੁਤ ਹੋਣੀ ਚਾਹੀਦੀ ਹੈ, ਜਿਹਦੇ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ। ਜਾਣਕਾਰ ਮਨੁੱਖ ਹੀ ਕਹਿੰਦੇ ਉਹ ਪ੍ਰਮਾਤਮਾ ਨੂੰ ਜਾਣ ਲੈਂਦਾ। ਜਿਹੜਾ ਵੱਧ ਤੋਂ ਵੱਧ ਸਟੱਡੀ ਕਰਦਾ, ਵਿਦਿਆ ਪੜ੍ਹਦਾ, ਜਿਵੇਂ ਵਿਗਿਆਨੀ ਲੋਕ ਨੇ ਉਹ ਸਟੱਡੀ ਕਰਦੇ ਨੇ, ਡਾਕਟਰ ਨੇ, ਉਹਨਾਂ ਨੇ ਬੜੀ ਵਿਦਿਆ ਪੜ੍ਹੀ ਹੈ, ਕਹਿੰਦੇ ਉਹ ਹਨ ਅਸਲੀ ਪ੍ਰਮਾਤਮਾ ਦਾ ਰੂਪ, ਉਹਨਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛ ਲਈਏ, ਮਹਾਰਾਜ ਵਾਕਿਆ ਹੀ ਉਹਨਾਂ ਨੇ ਰੱਬ ਨੂੰ ਜਾਣ ਲਿਆ ਏ? ਐਸੇ ਮਨੁੱਖ ਜਾਣ ਲੈਂਦੇ ਹਨ ਕਿ ਉਹ ਅਸਲੀ ਹਨ, ਪ੍ਰਮਾਤਮਾ ਦਾ ਰੂਪ ਉਹਨਾਂ ਨੇ ਪਛਾਣ ਲਿਆ ਏ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਅੱਤ ਦਾ ਸੁੰਦਰ ਹੋਵੇ, ਕੁਲੀਨ ਚੰਗੀ ਕੁੱਲ ਵਿੱਚ ਉਹਦਾ ਜਨਮ ਹੋਇਆ ਹੋਵੇ, ਉੱਚੀ ਕੁੱਲ ਦੇ ਵਿੱਚ ਉਹਦਾ ਜਨਮ ਹੋਇਆ ਹੋਵੇ, ਚਤੁਰ ਬੜਾ ਚਤਰ ਚਲਾਕ ਹੋਵੇ, ਮੁਖ ਗਿਆਨੀ ਗਿਆਨਵਾਨ ਹੋਵੇ ਚੰਗਾ, ਮੁਖ ਤੋਂ ਬੜੀਆਂ ਗਿਆਨ ਵਾਲੀਆਂ ਗੱਲਾਂ ਉਹਨੂੰ ਫੁਰਦੀਆਂ ਹੋਣ, ਬੜੀ ਉਹਨੇ ਵਿਦਿਆ ਪੜ੍ਹੀ ਹੋਵੇ। ਤੇ ਮਹਾਰਾਜ ਜੀ ਕਹਿੰਦੇ ਧਨਵੰਤ ਨਾਲੇ ਧਨ ਵੀ ਬਹੁਤ ਹੋਵੇ। ਵੈਸੇ ਤਾਂ ਇਹ ਪੰਜੇ ਜਿਹੜੇ ਗੁਣ ਨੇ ਇਹ ਕਿਸੇ ਦੇ ਵਿੱਚ ਨਹੀਂ ਹੁੰਦੇ, ਹੁਣ ਵੀ ਮਹਾਰਾਜ ਜੀ ਕਹਿੰਦੇ ਚਲੋ ਜੇ ਹੁਣ ਵੀ ਇੱਕ ਚੰਗੀ ਕੁੱਲ ਵੀ ਹੋਵੇ, ਧਨ ਵੀ ਬਹੁਤਾ ਹੋਵੇ, ਗਿਆਨ ਵੀ ਬੜਾ ਹੋਵੇ, ਅਤਿਅੰਤ ਸੁੰਦਰ ਵੀ ਹੋਵੇ, ਹੋਣਗੇ ਟਾਵੇਂ ਟਾਵੇਂ ਮਨੁੱਖ, ਬਹੁਤਾਤ ਨਹੀਂ ਇਹਨਾਂ ਦੀ ਗਿਣਤੀ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਹਾਰਾਜ ਜੀ ਕਹਿੰਦੇ ਜੇ ਉਹਦੀ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਤੇ ਸਮਝ ਲਓ ਮੁਰਦਾ ਹੀ ਹੈ, ਤੁਰਿਆ ਫਿਰਦਾ। ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜਿਨ੍ਹਾਂ ਦੀ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਨਹੀਂ ਹੈ, ਨਾਮ ਨਹੀਂ ਉਹਨਾਂ ਦੇ ਕੋਲ, ਸਤਿਗੁਰੂ ਜੀ ਕਹਿੰਦੇ ਉਹ ਵਿਅਰਥ ਹੈ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਨਾਮ ਦੇ ਨਾਲ ਪ੍ਰੀਤ ਨਹੀਂ ਹੈ, ਕਰੋੜਾਂ ਕਰਮ ਕਰੀ ਜਾਵੇ, ਵਿਦਿਆ ਪੜ੍ਹਨ ਦੇ, ਧਾਰਮਿਕ ਕਰਮ ਕਰਨ ਦੇ, ਹੋਰ ਕਈ ਤਰ੍ਹਾਂ ਦੇ ਕਰਮ ਕਰੀ ਜਾਵੇ, ਸਤਿਗੁਰੂ ਜੀ ਕਹਿੰਦੇ ਨਰਕਾਂ ਨੂੰ ਜਾਏਗਾ। ਨਾਮ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਨਹੀਂ ਹੈ। ਦੁਬਾਰਾ ਫਿਰ ਪੜ੍ਹ ਲਈਏ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਐਸੇ ਮਹਾਰਾਜ ਜੀ ਨੇ ਬਚਨ ਕਹੇ ਹਨ।
ਕਿ ਭਾਈ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਔਰ ਧਰਮ ਤਾ ਕੈ ਸਮ ਨਾਹਨ, ਨਹੀਂ ਹਨ ਨਾਮ ਦੇ ਬਰਾਬਰ, ਨਾਮ ਦੇ ਸੁਦਰਸ਼ ਕੁਝ ਵੀ ਨਹੀਂ ਹੈ। ਇਹ ਵਿਦ ਵੇਦ ਬਤਾਵੇ, ਵੇਦਾਂ ਨੇ, ਸਿਮਰਤੀਆਂ ਸ਼ਾਸਤਰਾਂ ਨੇ ਤੇ ਪੁਰਾਣਾਂ ਨੇ, ਧਾਰਮਿਕ ਗ੍ਰੰਥਾਂ ਨੇ, ਸਭਨਾਂ ਨੇ ਇਸ ਗੱਲ ਨੂੰ ਕਿਹਾ ਹੈ। ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕਉ ਕਹਿਤ ਗੁਸਾਈ। ਜੋ ਸੁੱਖਾਂ ਤੇ ਦੁੱਖਾਂ ਤੋਂ ਰਹਿਤ ਹੈ ਪਰਮਾਤਮਾ, ਜਿਹੜਾ ਸੁੱਖਾਂ ਤੇ ਦੁੱਖਾਂ ਦੇ ਵਿੱਚ ਲਿਪਾਏਮਾਨ ਨਹੀਂ ਹੁੰਦਾ, ਇਹਨਾਂ ਤੋਂ ਅਲਿਪਤ ਰਹਿੰਦਾ ਹੈ। ਜਾ ਕਉ ਕਹਿਤ ਗੁਸਾਈ, ਖਸਮ ਕਹਿੰਦੇ ਨੇ, ਮਾਲਕ ਕਹਿੰਦੇ ਨੇ, ਉਹ ਸਾਰੇ ਜਗਤ ਦਾ ਮਾਲਕ ਹੈ। ਐਸਾ ਜੋ ਪਰਮਾਤਮਾ ਅਕਾਲ ਪੁਰਖ ਹੈ, ਜਿਸ ਨੂੰ ਦੁੱਖ ਤੇ ਸੁੱਖ ਪੋ ਨਹੀਂ ਸਕਦੇ, ਦੁੱਖਾਂ ਤੇ ਸੁੱਖਾਂ ਤੋਂ ਨਿਰਲੇਪ ਹੈ, ਇੱਕ ਰਸ ਵਰਤਣ ਵਾਲਾ ਹੈ। ਉਹ ਐਸਾ ਨਹੀਂ ਹੈ ਕਿ ਜਿਵੇਂ ਆਪਾਂ ਨੂੰ ਸੁੱਖ ਆ ਜਾਏ ਤੇ ਆਪਾਂ ਖੁਸ਼ ਬੜੇ ਹੋ ਜਾਂਦੇ ਹਾਂ, ਤੇ ਜੇ ਦੁੱਖ ਆ ਜਾਵੇ ਤੇ ਇੰਨਾ ਗਮ ਆ ਜਾਂਦਾ ਹੈ ਤੇ ਮਨੁੱਖ ਦਾ ਰੰਗ ਹੀ ਕਾਲਾ ਹੋ ਜਾਂਦਾ ਗਮ ਦੇ ਵਿੱਚ, ਉਹਦਾ ਮੁਹਾਂਦਰਾ ਹੀ ਬਦਲ ਜਾਂਦਾ ਏ ਤੇ ਅੰਦਰ ਉਹਦਾ ਸੜ ਜਾਂਦਾ ਏ। ਕਿਤੇ ਕੋਈ ਨੁਕਸਾਨ ਹੋ ਜਾਏ ਨਾ ਤੇ ਉਹਦਾ ਚਿਹਰਾ ਢਿੱਲਾ ਪੈ ਜਾਂਦਾ ਏ, ਅਫਸੋਸ ਹੀ ਇੰਨਾ ਕਰ ਬਹਿੰਦਾ ਏ, ਗਮ ਹੀ ਇੰਨਾ ਲੈ ਜਾਂਦਾ ਏ, ਚਿੰਤਾ ਦੇ ਵਿੱਚ ਗਰਸਿਆ ਜਾਂਦਾ ਏ। ਕੁਝ ਆ ਗਿਆ ਤੇ ਖੁਸ਼ ਬੜਾ ਹੁੰਦਾ ਹੈ, ਜੇ ਕੁਝ ਚਲਿਆ ਗਿਆ ਤੇ ਅਫਸੋਸ ਬੜਾ ਕਰਦਾ, ਉਦਾਸ ਹੋ ਜਾਂਦਾ ਏ। ਤੇ ਪ੍ਰਮਾਤਮਾ ਐਸਾ ਨਹੀਂ ਹੈ ਭਾਈ, ਉਹ ਪਰਮਾਤਮਾ ਨੂੰ ਸੁੱਖਾਂ ਤੇ ਦੁੱਖਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹ ਇੱਕ ਰਸ ਰਹਿਣ ਵਾਲਾ ਏ। ਗੁਰੂ ਅਤੇ ਪਰਮਾਤਮਾ ਨੂੰ ਇਹਨਾਂ ਗੱਲਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਹੜੇ ਉਸ ਦਾ ਨਾਮ ਜਪਦੇ ਹਨ ਉਹ ਵੀ ਮਹਾਰਾਜ ਜੀ ਕਹਿੰਦੇ ਇਹਨਾਂ ਗੱਲਾਂ ਤੋਂ ਨਿਰਲੇਪ ਨੇ, ਦੁੱਖਾਂ ਸੁੱਖਾਂ ਤੋਂ ਨਿਰਲੇਪ ਹਨ। ਮਹਾਤਮਾ ਜਨ ਕਹਿੰਦੇ ਹੁੰਦੇ ਨੇ ਕਿ ਜਿਹੜਾ ਮਨੁੱਖ ਸੁੱਖ ਆਉਣ ਤੇ ਬਹੁਤੀਆਂ ਖੁਸ਼ੀਆਂ ਮਨਾਉਂਦਾ ਹੈ ਨਾ, ਭਾਵ ਭੰਗੜੇ ਪਾਉਂਦਾ ਹੈ ਤੇ ਗਾਣੇ ਵਜਾਉਂਦਾ ਗੰਦੇ ਗੰਦੇ ਤੇ ਰੌਲੇ ਪਾਉਂਦਾ ਹੈ, ਸ਼ਰਾਬਾਂ ਕਬਾਬਾਂ ਨੂੰ ਵਰਤਦਾ ਹੈ, ਭਾਵ ਸੁੱਖ ਵੇਲੇ ਜਿਹੜਾ ਬਹੁਤਾ ਹੀ ਸ਼ੋਰ ਮਚਾਵੇ ਨਾ, ਤੇ ਜਿਸ ਦਿਨ ਉਹਨਾਂ ਦੇ ਘਰੇ ਦੁੱਖ ਆ ਜਾਵੇ ਤੇ ਚੀਕਾਂ ਵੀ ਉਹਨਾਂ ਦੀਆਂ ਹੀ ਸਾਰੇ ਪਿੰਡ ਨੂੰ ਸੁਣਦੀਆਂ ਹੁੰਦੀਆਂ ਨੇ, ਉਹੀ ਵੱਧ ਤੋਂ ਵੱਧ ਚੀਕਾਂ ਮਾਰਦੇ ਹੁੰਦੇ ਹਨ। ਜਿਹੜੇ ਖੁਸ਼ੀ ਵਿੱਚ ਬਹੁਤਾ ਸ਼ੋਰ ਮਚਾਉਣ ਤੇ ਗਮੀ ਵੇਲੇ ਵੀ ਉਹਨਾਂ ਦੇ ਘਰ ਵਿੱਚ ਬਹੁਤਾ ਸ਼ੋਰ ਮਚਦਾ ਹੁੰਦਾ ਹੈ। ਇਸ ਕਰਕੇ ਸੁੱਖ ਦੇ ਵਿੱਚ ਬਹੁਤੇ ਖੁਸ਼ ਨਹੀਂ ਹੋਣਾ ਚਾਹੀਦਾ ਹੈ ਤੇ ਗਮੀ ਦੇ ਵਿੱਚ ਬਹੁਤੇ ਦੁਖੀ ਨਹੀਂ ਹੋਣਾ ਚਾਹੀਦਾ। ਗੁਰੂ ਕੇ ਜਿਹੜੇ ਨਿਯਮਾਂ ਨੂੰ, ਗੁਰੂ ਕੇ ਦੱਸੇ ਹੋਏ ਮਾਰਗ ਨੂੰ ਜੋ ਗ੍ਰਹਿਣ ਕਰ ਲੈਂਦੇ ਹਨ, ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ, ਉਹ ਜਰ ਲੈਂਦੇ ਹਨ ਇਹਨਾਂ ਜਿਹੜੀਆਂ ਸ਼ਕਤੀਆਂ ਨੂੰ। ਸੁੱਖ ਦੇ ਵਿੱਚ ਵੀ ਉਸ ਪਰਮਾਤਮਾ ਦੇ ਗੁਣ ਗਾਉਣੇ, ਦੁੱਖ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਯਾਦ ਕਰਨਾ, ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋ ਜਾਂਦਾ ਹੈ, ਅਵਸਥਾ ਬਣ ਜਾਂਦੀ ਹੈ। ਇਹ ਪਰਮਾਤਮਾ ਭਾਈ ਐਸਾ ਹੈ, ਜੈਸੇ ਪਰਮਾਤਮਾ ਨੂੰ ਜਪਾਂਗੇ ਵੈਸਾ ਹੀ ਬਣ ਜਾਈਦਾ ਹੈ। ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜੋ ਸੁੱਖਾਂ ਤੇ ਦੁੱਖਾਂ ਤੋਂ ਰਹਿਤ ਹੈ, ਨਿਰਲੇਪ ਹੈ, ਉਹ ਸਾਰੇ ਜਗਤ ਦਾ ਮਾਲਕ ਹੈ। ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਉਹੀ ਪਰਮਾਤਮਾ ਭਾਈ ਆਪਣੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਕਿਸ ਤਰੀਕੇ ਨਾਲ? ਮਹਾਰਾਜ ਜੀ ਕਹਿੰਦੇ ਜਿਵੇਂ ਦਰਪਣ ਨਿਆਈ, ਸ਼ੀਸ਼ੇ ਦੇ ਵਿੱਚ ਆਪਣਾ ਮੁੱਖ ਦਿਸਦਾ ਹੈ ਨਾ, ਸ਼ੀਸ਼ੇ ਦੇ ਵਿੱਚ ਸਾਡਾ ਪ੍ਰਤੀਬਿੰਬ ਬਣ ਜਾਂਦਾ ਜਦੋਂ ਸ਼ੀਸ਼ੇ ਦੇ ਸਾਹਮਣੇ ਖੜੋਈਏ। ਏਦਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਸ ਰਹੀ ਹੈ। ਜਿਵੇਂ ਸ਼ੀਸ਼ੇ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਪ੍ਰਤੀਤ ਕਰਦਾ ਹੈ, ਮਹਿਸੂਸ ਕਰਦਾ ਹੈ ਕਿ ਮੇਰਾ ਜਿਹੜਾ ਪ੍ਰਤੀਬਿੰਬ ਹੈ ਸ਼ੀਸ਼ੇ ਵਿੱਚ ਬਣ ਰਿਹਾ ਹੈ, ਏਦਾਂ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਵਸਿਆ ਹੋਇਆ ਹੈ। ਜਾਂ ਕਹਿ ਲਈਏ ਜਿਵੇਂ ਘੜੇ ਹੁੰਦੇ ਨੇ ਪਾਣੀ ਨਾਲ ਭਰੇ ਹੋਏ, 100 ਘੜਾ ਤੁਸੀਂ ਪਾਣੀ ਨਾਲ ਭਰ ਕੇ ਰੱਖ ਦਿਓ, ਉਹਦਾ ਜਦੋਂ ਪਾਣੀ ਟਿਕ ਜਾਵੇ ਤੇ ਉਹਦੇ ਵਿੱਚ ਰਾਤ ਨੂੰ ਚੰਦਰਮਾ ਵੀ ਦਿਸ ਪੈਂਦਾ, ਦਿਨ ਵੇਲੇ ਸਾਰੇ ਘੜਿਆਂ ਵਿੱਚ ਸੂਰਜ ਵੀ ਦਿਸਦਾ ਹੈ ਟਿਕਿਆ ਹੋਵੇ। ਤੇ ਜੇ ਪਾਣੀ ਹਿੱਲ ਰਿਹਾ ਹੈ ਨਾ, ਉਦੋਂ ਫਿਰ ਕੋਈ ਆਪਣੀ ਸ਼ਕਲ ਵੀ ਨਹੀਂ ਵੇਖ ਸਕਦਾ। ਟਿਕੇ ਹੋਏ ਪਾਣੀ ਵਿੱਚ ਆਪਾਂ ਆਪਣਾ ਮੁੱਖ ਵੀ ਵੇਖ ਸਕਦੇ ਹਾਂ। ਬੜੇ ਐਸੇ ਜਿਹੜੇ ਆਪਾਂ ਕਾਰਨ ਵੇਖਦੇ ਹਾਂ, ਕੋਈ ਛੱਪੜ ਦੇ ਵਿੱਚ ਪਾਣੀ ਖੜਾ ਹੋਵੇ ਜਾਂ ਕੋਈ ਟਿਕਿਆ ਹੋਇਆ ਪਾਣੀ ਹੈ ਨਾ ਜਿਹੜਾ, ਉਹਦੇ ਵਿੱਚ ਅਸੀਂ ਆਪਣਾ ਮੁੱਖ ਵੇਖ ਸਕਦੇ ਹਾਂ, ਉਹਦੇ ਵਿੱਚ ਪ੍ਰਤੀਬਿੰਬ ਦਿਸਦਾ ਹੈ।
ਪਰ ਜਿਹੜਾ ਹਿੱਲ ਰਿਹਾ ਹੈ ਉਹਦੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਟਿਕਿਆ ਹੋਇਆ ਮਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੀਬਿੰਬ ਨੂੰ ਆਪਣੇ ਅੰਦਰ ਜਾਣ ਲੈਂਦਾ, ਦੇਖ ਲੈਂਦਾ ਪਰਮਾਤਮਾ ਨੂੰ ਸਾਖਿਆਤ ਰੂਪ ਵਿੱਚ। ਅਤੇ ਜਿਨ੍ਹਾਂ ਦਾ ਮਨ ਦੌੜ ਰਿਹਾ ਹੈ, ਟਿਕਿਆ ਹੋਇਆ ਨਹੀਂ, ਉਹ ਪਰਮਾਤਮਾ ਨੂੰ ਨਹੀਂ ਦੇਖ ਸਕਦੇ, ਉਹ ਇਸ ਗੱਲ ਤੋਂ ਵਾਂਝੇ ਰਹਿ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਨੇ ਦਰਪਣ ਨਿਆਈ, ਦਰਪਣ ਸ਼ੀਸ਼ੇ ਦੀ ਨਿਆਈ, ਉਹ ਪਰਮਾਤਮਾ ਭਾਈ ਤੇਰੇ ਅੰਦਰ ਵਸ ਰਿਹਾ ਹੈ। ਸੋਰਠ ਮਹੱਲਾ ਨਾਵਾ। ਮਾਈ ਮੈਂ ਕਿਹ ਬਿਦ ਲਖੋ ਗੁਸਾਈ। ਹੇ ਮਾਤਾ ਪਿਤਾ ਰੂਪ ਸੰਤ ਜਨੋ, ਮੈਨੂੰ ਦੱਸਣਾ ਕਰੋ ਕਿ ਅਸੀਂ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਜਾਣ ਲਈਏ, ਉਹਨੂੰ ਕਿਵੇਂ ਪਛਾਣ ਸਕੀਦਾ ਹੈ, ਮਾਲਕ ਨੂੰ ਦੱਸਣਾ ਕਰੋ। ਮਹਾ ਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਰਜਾਈ। ਕਿਉਂਕਿ ਸਾਡਾ ਮਨ ਮੋਹ ਦੇ ਘੁੱਪ ਹਨੇਰੇ ਵਿੱਚ ਗਲਤਾਨ ਹੋ ਰਿਹਾ ਏ, ਫਸਿਆ ਹੋਇਆ ਮਨ ਅਗਿਆਨਤਾ ਦੇ ਹਨੇਰੇ ਵਿੱਚ। ਤੇ ਮੇਰਾ ਮਨ ਉਲਝਿਆ ਹੋਇਆ ਅਗਿਆਨਤਾ ਦੇ ਹਨੇਰੇ ਵਿੱਚ। ਜਦੋਂ ਬੰਦਾ ਹਨੇਰੇ ਵਿੱਚ ਹੋਵੇ ਨਾ, ਉਦੋਂ ਭਟਕਦਾ ਹੀ ਰਹਿੰਦਾ ਹੈ, ਕਿਉਂਕਿ ਕੁਝ ਦਿਸਦਾ ਹੀ ਨਹੀਂ, ਠੋਕਰਾਂ ਹੀ ਖਾਂਦਾ ਰਹਿੰਦਾ ਇੱਧਰ ਉੱਧਰ। ਜਦੋਂ ਚਾਨਣ ਹੋ ਜਾਵੇ ਪਤਾ ਲੱਗ ਜਾਂਦਾ ਹੈ ਕਿ ਮੇਰੇ ਸਾਹਮਣੇ ਕੀ ਹੈ, ਟੋਆ ਹੈ, ਰੋੜਾ ਪਿਆ ਹੈ, ਕੋਈ ਠੇਡਾ ਲੱਗ ਜਾਏਗਾ। ਹਨੇਰੇ ਵਿੱਚ ਨਹੀਂ ਕੁਝ ਦਿਸਦਾ, ਹਨੇਰੇ ਵਿੱਚ ਤਾਂ ਭਟਕਣਾ ਹੀ ਹੁੰਦੀ ਹੈ। ਸਾਡਾ ਮਨ ਹੈ ਜਿਹੜਾ ਮੋਹ ਦੇ ਵਿੱਚ, ਵਿਕਾਰਾਂ ਦੇ ਹਨੇਰੇ ਵਿੱਚ ਮਹਾਰਾਜ ਜੀ ਉਲਝਿਆ ਹੋਇਆ ਹੈ, ਟਿਕਿਆ ਨਹੀਂ ਹੈ। ਇਸ ਕਰਕੇ ਸਾਨੂੰ ਦੱਸਣਾ ਕਰੋ ਕਿਵੇਂ ਮਾਲਕ ਦੀ ਪ੍ਰਾਪਤੀ ਹੋਵੇ, ਸਾਡੇ ਜੀਵਨ ਵਿੱਚ ਚਾਨਣ ਕਿਵੇਂ ਹੋਵੇ। ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ, ਨਹਿ ਅਸਥਿਰ ਮਤ ਪਾਈ। ਸਾਰਾ ਹੀ ਜਨਮ ਅਸੀਂ ਭਰਮਾਂ ਦੇ ਵਿੱਚ, ਭਟਕਣਾ ਦੇ ਵਿੱਚ ਬਤੀਤ ਕਰ ਦਿੱਤਾ ਏ, ਕਦੇ ਵੀ ਟਿਕੇ ਨਹੀਂ ਆ। ਸਾਡਾ ਮਨ ਟਿਕਿਆ ਨਹੀਂ ਹੈ, ਅਸਥਿਤ ਨਹੀਂ ਹੋਇਆ। ਵਿਖਿਆ ਸਕਤ ਰਹਿਓ ਨਿਸਬਾਸੁਰ, ਨਹਿ ਛੂਟੀ ਅਦਮਾਈ। ਦਿਨ ਰਾਤ ਸਾਡਾ ਜਿਹੜਾ ਮਨ ਹੈ ਮਾਇਆ ਦੇ ਵਿੱਚ ਗ੍ਰਸਿਆ ਹੋਇਆ ਹੈ, ਮਾਇਆ ਦੇ ਵਿੱਚ ਹੀ ਲੱਗੇ ਹੋਏ ਆ, ਕਿਸੇ ਪ੍ਰਕਾਰ ਵੀ ਅਸੀਂ ਛੁੱਟ ਨਹੀਂ ਸਕਦੇ। ਸਾਧ ਸੰਗ ਕਬਹੂ ਨਹੀਂ ਕੀਨਾ, ਨਹਿ ਕੀਰਤ ਪ੍ਰਭ ਗਾਈ। ਨਾ ਹੀ ਮਹਾਰਾਜ ਜੀ ਅਸੀਂ ਸਾਧ ਸੰਗਤ ਕੀਤੀ ਹੈ, ਸਾਧੂ ਜਨਾਂ ਦੀ ਸੰਗਤ ਵੀ ਨਹੀਂ ਕਦੇ ਕੀਤੀ, ਨਾ ਹੀ ਪ੍ਰਮਾਤਮਾ ਦੀ ਕੀਰਤੀ ਨੂੰ ਗਾਇਆ, ਉਸ ਵਾਹਿਗੁਰੂ ਦੇ ਗੁਣਾਂ ਨੂੰ ਵੀ ਕਦੇ ਚੇਤੇ ਨਹੀਂ ਕੀਤਾ। ਜਨ ਨਾਨਕ ਮੈਂ ਨਾਹੇ ਕੋ ਗੁਣ, ਰਾਖ ਲਿਹੋ ਸਰਨਾਈ। ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਸਾਨੂੰ ਕਲਯੁਗੀ ਜੀਵਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਸਾਨੂੰ ਤਾਂ ਭਾਈ ਖਾਸ ਕਰਕੇ ਸਭਨਾਂ ਨੂੰ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਇੱਕ ਤਰੀਕਾ ਦੱਸਿਆ ਹੈ ਕਿ ਅਸੀਂ ਜਿੰਨੇ ਵੀ ਜੀਵ ਹਨ, ਸਾਧ ਸੰਗਤ ਜੀ, ਸਾਡਾ ਜਿਹੜਾ ਮਨ ਟਿਕਿਆ ਹੋਇਆ ਨਹੀਂ, ਅਗਿਆਨਤਾ ਦੇ ਹਨੇਰੇ ਵਿੱਚ ਅਸੀਂ ਭਟਕਦੇ ਫਿਰਦੇ ਹਾਂ। ਸਾਰਾ ਜਨਮ ਹੀ ਅਸੀਂ ਭਰਮਾਂ ਦੇ ਵਿੱਚ ਬਤੀਤ ਕਰ ਦਿੱਤਾ ਏ। ਮਾਇਆ ਨੇ ਸਾਡੇ ਮਨ ਨੂੰ ਪਕੜਿਆ ਹੋਇਆ ਹੈ, ਕਿਸੇ ਪ੍ਰਕਾਰ ਵੀ ਛੁੱਟ ਨਹੀਂ ਸਕਦੇ ਮਾਇਆ ਤੋਂ, ਬੜੀ ਬਲਵਾਨ ਹੈ ਮਾਇਆ। ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਮਾਇਆ ਦੇ ਪਰਥਾਏ ਬੜੇ, ਕਿ ਮਾਇਆ ਕਿੰਨੀ ਬਲਵਾਨ ਹੈ। ਸਤਿਗੁਰੂ ਜੀ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਾਇਆ ਇਹੋ ਜਿਹੀ ਬਲਵਾਨ ਹੈ, ਐਸੀ ਮੋਹਣੀ ਹੈ, ਜਿਹਨੇ ਬਿਨਾਂ ਦੰਦਾਂ ਤੋਂ ਹੀ ਜਗਤ ਨੂੰ ਖਾਧਾ ਹੋਇਆ ਤੇ ਖਾ ਰਹੀ ਹੈ ਬੜੇ ਤਰੀਕਿਆਂ ਨਾਲ। ਜ਼ਰੂਰੀ ਨਹੀਂ ਕਿ ਆ ਜਿਹੜੇ ਗਾਂਧੀ ਦੀ ਫੋਟੋ ਵਾਲੇ ਨੋਟ ਨੇ ਇਹੀ ਮਾਇਆ ਹੁੰਦੇ ਨੇ। ਬੜੇ ਵਾਰ ਬੇਨਤੀ ਕੀਤੀ ਹੈ, ਕੇਵਲ ਇਹ ਮਾਇਆ ਨਹੀਂ ਹੈ, ਇਹੋ ਜਿਹੀਆਂ ਮਾਇਆ ਤਾਂ ਕਈ ਬਣੀਆਂ ਤੇ ਕਈ ਚਲੇ ਗਈਆਂ। ਜਿਹੜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਥੋੜਾ ਸਮਾਂ ਪਹਿਲਾਂ ਨੋਟ ਚੱਲਦੇ ਹੁੰਦੇ ਸਨ ਨਾ, 500 ਦੇ ਤੇ 1000 ਦੇ, ਉਹ ਵੀ ਮਾਇਆ ਹੀ ਸੀ। ਅੱਜ ਕੋਈ ਉਹਨਾਂ ਨੂੰ ਪੁੱਛਦਾ ਨਹੀਂ। ਅੱਜ ਕਰੰਸੀ ਦੀ ਜਿਹੜੀ ਬਦਲਾਵ ਹੋਇਆ ਹੈ, ਕਰੰਸੀ ਬਦਲੀ ਗਈ ਹੈ, ਅੱਜ ਨਵੇਂ ਕਾਗਜ਼ ਬਣ ਗਏ ਨੇ। ਇਸ ਤੋਂ ਪਹਿਲਾਂ ਕੁਝ ਸਮਾਂ ਪਿੱਛੇ ਚਲੇ ਜਾਈਏ, ਆ ਚਵਾਨੀਆਂ ਠਿਆਣੀਆਂ ਜੀਆਂ ਚੱਲਦੀਆਂ ਹੁੰਦੀਆਂ ਸਨ, ਜਿਹਨੂੰ ਹੁਣ ਭਾਣ ਜੀ ਕਹਿ ਦਿੰਦੇ ਆ, ਤੇ ਉਹ ਕਿਹੜਾ ਹੁਣ ਚੱਲਦੀ ਆ, ਕੋਈ ਨਹੀਂ ਪੁੱਛਦਾ ਉਹਨਾਂ ਨੂੰ। ਜੇ ਇਹੀ ਮਾਇਆ ਹੁੰਦੀ ਨਾ ਤੇ ਫਿਰ ਉਹਦੀ ਕਦਰ ਹੁੰਦੀ। ਅੱਜ ਤੋਂ ਹੋਰ ਪਿੱਛੇ ਚਲੇ ਜਾਈਏ, ਜਿਹੜੇ ਪੁਰਾਣੇ ਸਮਿਆਂ ਦੇ ਵਿੱਚ
ਦੌਲਤ ਦੇ ਵਜੋਂ ਸਿੱਕਿਆਂ ਨੂੰ ਵਰਤਿਆ ਜਾਂਦਾ ਸੀ, ਅੱਜ ਉਹਨਾਂ ਦੀ ਕੋਈ ਪੁੱਛ-ਗਿੱਛ ਹੀ ਨਹੀਂ ਹੈ। ਕੇਵਲ ਇਹ ਮਾਇਆ ਨਹੀਂ ਹੈ। ਮਾਇਆ ਮਹਾਰਾਜ ਸਾਹਿਬ ਜੀ ਨੇ ਜਿਹੜੇ ਮਾਇਕੀ ਪਦਾਰਥ ਹਨ ਇਹਨਾਂ ਨੂੰ ਕਿਹਾ ਜਿਸ ਦੇ ਨਾਲ ਪ੍ਰਮਾਤਮਾ ਦੀ ਯਾਦ ਭੁੱਲ ਜਾਵੇ, ਜਿਹਦੇ ਮੋਹ ਵਿੱਚ ਬੰਦਾ ਜੁੜ ਜਾਵੇ ਨਾ, ਉਹ ਮਾਇਆ ਏ। ਉਹ ਘਰ ਵੀ ਹੋ ਸਕਦਾ ਹੈ, ਉਹ ਮਨੁੱਖ ਦੇ ਕੱਪੜੇ ਵੀ ਹੋ ਸਕਦੇ ਨੇ ਮਾਇਆ, ਉਹ ਧੀਆਂ ਪੁੱਤਰ ਵੀ ਹੋ ਸਕਦੇ ਨੇ, ਜ਼ਮੀਨ ਵੀ ਹੋ ਸਕਦੀ ਹੈ, ਉਹ ਕੋਈ ਨੌਕਰੀ ਵੀ ਹੋ ਸਕਦੀ ਹੈ। ਭਾਵ ਜਿਸ ਵੀ ਚੀਜ਼ ਨਾਲ ਜੁੜ ਕੇ ਪ੍ਰਮਾਤਮਾ ਤੋਂ ਵਿਸਰ ਜਾਵੇ ਨਾ, ਉਹ ਮਨੁੱਖ ਦੇ ਲਈ ਮਾਇਆ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿੰਨੇ ਸੌਖੇ ਤਰੀਕੇ ਨਾਲ ਸਮਝਾਇਆ ਹੈ। ਮਹਾਰਾਜ ਜੀ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹੀ ਭਾਈ ਮਾਇਆ ਹੈ ਜਿਹਦੇ ਨਾਲ ਪ੍ਰਮਾਤਮਾ ਵਿਸਰ ਜਾਵੇ, ਪ੍ਰਮਾਤਮਾ ਦੀ ਯਾਦ ਭੁੱਲ ਜਾਵੇ, ਉਹ ਮਾਇਆ ਹੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਇੱਥੇ ਸਮਝਾਉਣਾ ਕਰਦੇ ਹਨ ਕਿ ਅਸੀਂ ਸਾਰੇ ਜੀਵ ਮਾਇਆ ਦੇ ਵਿੱਚ ਗਰਾਸੇ ਹੋਏ। ਮਾਇਆ ਨੇ ਆਪਣੀ ਪਕੜ ਵਿੱਚ ਸਾਨੂੰ ਲਿਆ ਹੋਇਆ, ਕਦੇ ਵੀ ਛੁੱਟ ਨਹੀਂ ਸਕਦੇ। ਅਸੀਂ ਲੋਕ ਐਸੇ ਹਾਂ, ਸਾਧ ਸੰਗਤ ਤੋਂ ਤਾਂ ਬੜਾ ਦੂਰ ਜਾਂਦੇ ਹਾਂ। ਜਦੋਂ ਕਿਤੇ ਸਾਧ ਸੰਗਤ ਕਰਨੀ ਹੋਵੇ ਤੇ ਮਨੁੱਖ ਡਰਦਾ ਹੀ ਰਹਿੰਦਾ, ਨਹੀਂ ਛੱਡ ਪਰਾਂ, ਕੀ ਕਰਨਾ ਜਾ ਕੇ, ਗੁਰਦੁਆਰੇ ਜਾ ਕੇ ਕੀ ਮਿਲ ਜਾਣਾ, ਐਵੇਂ ਬਸ ਫਾਲਤੂ ਹੈ। ਉਹ ਮਹਾਰਾਜ ਦੇ ਬਚਨ ਆਉਂਦੇ ਨੇ ਨਾ, ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕੰਮਾਂ ਨੂੰ ਬੰਦਾ ਉੱਠ ਕੇ ਖੜਾ ਹੋ ਜਾਂਦਾ ਹੈ, ਤੇ ਜਦੋਂ ਨਾਮ ਦਾ ਵੇਲਾ ਹੋਵੇ ਉਦੋਂ ਸੌਂ ਜਾਂਦਾ ਹੈ, ਮੈਨੂੰ ਨੀਂਦ ਆਉਂਦੀ ਹੈ। ਕਦੇ ਵੀ ਤੁਸੀਂ ਵੇਖਣਾ ਰਾਤ ਨੂੰ ਕਿਤੇ ਕਹਿ ਦਈਏ, ਆਓ ਭਾਈ ਗੁਰਬਾਣੀ ਪੜ੍ਹੀਏ, ਸਿਮਰਨ ਕਰੀਏ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਵੇਲੇ ਆਪਾਂ ਰਾਤ ਨੂੰ ਕਰਦੇ ਆ ਨਾ ਅਰਦਾਸ ਬੇਨਤੀ 1 ਵਜੇ, ਜਦੋਂ ਉਦੋਂ ਅਰਦਾਸ ਕੀਤੀ ਜਾਂਦੀ, ਉਦੋਂ ਕਿੰਨੀ ਕੁ ਸੰਗਤ ਕਿਤੇ ਉੱਠ ਕੇ ਆਉਂਦੀ ਹੈ। ਕਈ ਤਾਂ ਐਸੇ ਵੀ ਹੁੰਦੇ ਨੇ, ਕਹਿੰਦੇ ਸੌਂ ਜੀਏ, ਐਵੇਂ ਨੀਂਦ ਆਈ ਜਾਂਦੀ ਹੈ, ਤੇ ਕੀ ਕਰਨਾ, ਉੱਥੇ ਜਾ ਕੇ ਕੀ ਹੋ ਜਾਣਾ। ਇੱਦਾਂ ਦੇ ਮਨ 'ਚ ਵਿਚਾਰ ਕਈਆਂ ਦੇ ਚੱਲਦੇ ਰਹਿੰਦੇ ਨੇ। ਤੇ ਕਿਤੇ ਆਂਢੀਆਂ ਗੁਆਂਢੀਆਂ ਦੇ ਲੜਾਈ ਹੁੰਦੀ ਹੋਵੇ ਨਾ, ਉਦੋਂ ਨੀਂਦ ਵੀ ਭੁੱਲ ਜਾਂਦੀ ਹੈ। ਕਹਿੰਦੇ ਜਾ ਕੇ ਵੇਖੀਏ ਤਾਂ ਸਹੀ ਕੀ ਹੁੰਦਾ ਆ। ਬੰਦਾ ਆਪਣੀ ਨੀਂਦ ਵੀ ਤਿਆਗ ਦਿੰਦਾ ਮਾੜੇ ਕੰਮ ਕਰਨ ਲਈ, ਮਾੜਾ ਕੁਝ ਦੇਖਣ ਲਈ। ਰਾਤ ਨੂੰ ਕਿਸੇ ਨੂੰ ਕੋਈ ਕਹਿ ਦਈਏ ਕਿ ਆਓ ਭਾਈ ਉੱਥੇ ਗਾਉਣ ਵਜਾਉਣ ਚੱਲਣਾ, ਅੱਜ ਸਾਰੀ ਰਾਤ ਡੀਜੇ ਲਾਉਣੇ ਆ, ਉਦੋਂ ਨਹੀਂ ਨੀਂਦ ਆਉਂਦੀ ਇਹਨਾਂ ਨੂੰ। ਸਾਰੀ ਰਾਤ ਡੀਜੇ ਲਾ ਕੇ ਨੱਚੀ ਜਾਣਗੇ, ਗੰਦੇ ਗਾਣੇ ਗਾਈ ਜਾਣਗੇ, ਤੇ ਜਦੋਂ ਗੁਰਬਾਣੀ ਪੜ੍ਹਨੀ ਹੋਵੇ ਉਦੋਂ ਮੌਤ ਪੈ ਜਾਂਦੀ ਹੈ। ਮਨੁੱਖ ਦਾ ਮਨ ਮਰ ਹੀ ਜਾਂਦਾ ਹੈ ਬਿਲਕੁਲ ਇਸ ਪਾਸੇ ਵੱਲੋਂ, ਕਿ ਨਹੀਂ ਇਹ ਮੈਂ ਨਹੀਂ ਕਰ ਸਕਦਾ। ਇਹਨੂੰ ਕਹਿੰਦੇ ਨੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗੇ ਕਰਮ ਕਰਨ ਲਈ ਆਲਸ ਕਰਨੀ, ਤੇ ਬੁਰੇ ਕੰਮ ਲਈ ਸ਼ੇਰ ਬਣ ਜਾਣਾ। ਬੁਰੇ ਕੰਮ ਕਰਨ ਲਈ ਸ਼ੇਰ ਬਣ ਕੇ ਉਹਨਾਂ ਨੂੰ ਕਰਨਾ। ਮਹਾਰਾਜ ਜੀ ਕਹਿੰਦੇ ਐਸਾ ਭਾਈ ਮਨੁੱਖ ਦਾ ਸੁਭਾਅ ਹੋ ਰਿਹਾ ਹੈ। ਸਾਧ ਸੰਗਤ ਨਹੀਂ ਇਹ ਕਰਦਾ, ਡਰਦਾ ਹੀ ਰਹਿੰਦਾ ਸਾਧ ਸੰਗਤ ਕਰਨ ਤੋਂ, ਨਹੀਂ ਕਦੇ ਪ੍ਰਮਾਤਮਾ ਦੀ ਕੀਰਤੀ ਨੂੰ ਗਾਇਆ। ਤੇ ਫਿਰ ਸਾਨੂੰ ਐਸੇ ਨਖਿੱਧ ਜੀਵਾਂ ਨੂੰ ਅਰਦਾਸ ਹੀ ਕਰਨੀ ਚਾਹੀਦੀ ਗੁਰੂ ਚਰਨਾਂ 'ਚ, ਮਹਾਰਾਜ ਸਾਡੇ ਕੋਲੇ ਤਾਂ ਕੋਈ ਉਪਾਅ ਨਹੀਂ ਹੈ, ਸਾਡੇ ਕੋਲੇ ਕੋਈ ਵਿਧੀ ਤਰੀਕਾ ਨਹੀਂ ਹੈ ਕਿ ਇਹਨਾਂ ਵਿਕਾਰਾਂ ਤੋਂ ਬਚ ਸਕੀਏ। ਜਨ ਨਾਨਕ ਮੈਂ ਨਾਹੇ ਕੋਊ ਗੁਣ, ਸਾਡੇ ਵਿੱਚ ਕੋਈ ਗੁਣ ਨਹੀਂ ਹੈ ਮਹਾਰਾਜ ਜੀ। ਤੇ ਅਸੀਂ ਤਾਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਰਾਖ ਲਿਹੋ ਸਰਨਾਈ। ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਸਾਨੂੰ ਰੱਖ ਲੈਣਾ ਕਰੋ, ਸਾਨੂੰ ਬਚਾ ਲਵੋ। ਸੋਰਠ ਮਹੱਲਾ ਨਾਵਾ, ਮਾਈ ਮਨ ਮੇਰੋ ਬਸ ਨਾਹੀ। ਹੇ ਮਾਈ, ਮਾਤਾ ਪਿਤਾ ਰੂਪ ਸੰਤ ਜਨੋ, ਮੇਰਾ ਮਨ ਮੇਰੇ ਵੱਸ ਵਿੱਚ ਨਹੀਂ ਹੈ, ਮੇਰੇ ਕੰਟਰੋਲ ਵਿੱਚ ਨਹੀਂ ਹੈ। ਨਿਸ ਬਾਸੁਰ ਵਿਖਿਅਨ ਕਉ ਧਾਵਤ, ਕਿਹ ਬਿਦ ਰੁਕਉ ਤਾਹੀ। ਦਿਨ ਰਾਤ ਵਿਸ਼ਿਆਂ ਵਕਾਰਾਂ ਵਾਲੇ ਮਨ ਦੌੜਦਾ ਰਹਿੰਦਾ, ਮਾੜੇ ਕੰਮਾਂ ਵੱਲ ਭੱਜਦਾ ਰਹਿੰਦਾ। ਇਹ ਸਾਡੇ ਤੋਂ ਛੁੱਟ ਛੁੱਟ ਕੇ ਸਾਡੀ ਪਕੜ ਵਿੱਚ ਨਹੀਂ ਆਉਂਦਾ। ਜਿਵੇਂ ਪਰਛਾਵਾਂ ਨਹੀਂ ਨਾ ਫੜਿਆ ਜਾਂਦਾ, ਇਹਦਾ ਮਨ ਵੀ ਸਾਡੇ ਤੋਂ ਨਹੀਂ ਫੜਿਆ ਜਾਂਦਾ। ਮਨ ਬੜਾ ਤੇਜ਼ ਦੌੜਨ ਵਾਲਾ ਹੈ ਤੇ ਵਿਸ਼ਿਆਂ ਵਕਾਰਾਂ ਵੱਲ ਭੱਜਦਾ ਰਹਿੰਦਾ ਏ। ਕਿਹ ਬਿਧ ਰੋਕੋ ਤਾਹੇ। ਹੇ ਸੰਤ ਜਨੋ, ਸਾਨੂੰ ਤਰੀਕਾ ਦੱਸੋ ਕਿ ਮਨ ਨੂੰ ਕਿਵੇਂ ਅਸੀਂ ਫੜ ਸਕਦੇ ਹਾਂ। ਰਹਾਉ ਵੇਦ ਪੁਰਾਨ ਸਿਮਰਤ ਕੇ ਮਤ ਸੁਣ,
ਨਿਮਕ ਨਾਹੀਏ ਵਸਾਵੈ। ਐਸਾ ਇਹ ਢੀਠ ਮਨ ਹੈ ਸਾਡਾ, ਕਹਿੰਦੇ ਵੇਦਾਂ ਪੁਰਾਣਾਂ ਸਿਮਰਤੀਆਂ ਦੇ ਮੱਤਾਂ ਨੂੰ ਸਿੱਖਿਆਵਾਂ ਨੂੰ ਸੁਣ ਕੇ ਇਹ ਹਿਰਦੇ 'ਚ ਨਹੀਂ ਵਸਾਉਂਦਾ। ਨਿਮਕ ਨਾ ਹੀ ਇਹ ਵਸਾਵੈ, ਥੋੜਾ ਜਿੰਨਾ ਸਮਾਂ ਵੀ ਕਹਿੰਦੇ ਆਪਣੇ ਹਿਰਦੇ 'ਚ ਵਸਾ ਕੇ ਨਹੀਂ ਰੱਖਦਾ ਏ, ਨਹੀਂ ਵਸਾਉਂਦਾ ਮਨ। ਕਦੇ ਵੀ ਚੰਗੀਆਂ ਗੱਲਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਨਹੀਂ ਰੱਖਦਾ। ਤੇ ਇਹਨੂੰ ਸੁਣ ਕੇ ਕੋਈ ਚੰਗੀ ਸਿੱਖਿਆ ਸੁਣ ਕੇ ਇਹਨੂੰ ਕੋਈ ਸਮਝ ਵੀ ਨਹੀਂ ਪੈਂਦੀ ਹੈ, ਉਹਦੇ ਤੋਂ ਪਾਸੇ ਹੀ ਹੋ ਜਾਂਦਾ ਹੈ। ਪਰ ਤਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ। ਪਰਾਏ ਧਨ ਦੇ ਮੋਹ ਵਿੱਚ, ਪਰਾਈਆਂ ਇਸਤਰੀਆਂ ਦੇ ਵਿੱਚ ਰਚਿਆ ਹੋਇਆ ਹੈ ਮਨ, ਬਿਰਥਾ ਜਨਮ ਸਿਰਾਵੈ, ਸਾਰਾ ਰਿਹਾ ਹੈ। ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨਾ। ਸਤਿਗੁਰੂ ਜੀ ਇਹ ਜਿਹੜਾ ਮਨ ਹੈ ਨਾ, ਇਹ ਮਾਇਆ ਦੇ ਨਸ਼ੇ ਵਿੱਚ ਬਾਵਰੋ ਕਮਲਾ ਹੋਇਆ ਪਿਆ ਏ। ਮਾਇਆ ਦੇ ਨਸ਼ੇ ਵਿੱਚ ਕਮਲਾ ਹੋ ਗਿਆ ਇਹ ਮਨ, ਇਹਨੂੰ ਕੋਈ ਗਿਆਨ ਦੀ ਸੂਝ ਬੂਝ ਨਹੀਂ ਹੈ। ਘਟ ਹੀ ਭੀਤਰ ਬਸਤ ਨਿਰੰਜਨ, ਤਾਕੋ ਮਰਮ ਨਾ ਜਾਣਾ। ਬਾਹਰ ਦੀ ਸੂਝ ਬੂਝ ਇਹਨੂੰ ਕੀ ਹੋਣੀ ਹੈ, ਇਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ ਸਰੀਰ ਵਿੱਚ ਹੀ, ਮਨ ਵਿੱਚ ਹੀ ਪਰਮਾਤਮਾ ਵਸਦਾ ਏ। ਕੋਲ ਰਹਿਣ ਵਾਲਾ ਪਰਮਾਤਮਾ ਵੀ ਇਹ ਨਹੀਂ ਦੇਖ ਸਕਦਾ। ਘਟ ਹੀ ਭੀਤਰ ਬਸਤ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਸਾਡੇ ਹਿਰਦੇ ਵਿੱਚ ਵਸਦਾ ਏ। ਤਾਕੋ ਮਰਮ ਨਾ ਜਾਣਾ, ਉਸ ਦੀ ਗਿਆਤ ਹੀ ਇਸ ਮਨ ਨੇ ਨਹੀਂ ਜਾਣੀ ਹੈ। ਜਬ ਹੀ ਸਰਨ ਸਾਧਕੀ ਆਇਓ, ਦੁਰਮਤ ਸਗਲ ਵਿਨਾਸੀ। ਹੁਣ ਇਹ ਸਾਰੇ ਕਾਰਨਾਂ ਦਾ ਜਿਹੜਾ ਇੱਕੋ ਹੀ ਤਰੀਕਾ ਏ, ਇੱਕੋ ਹੀ ਹੱਲ ਹੈ। ਇਹ ਜਿਹੜਾ ਮਨ ਹੈ ਇਹਦਾ ਹੱਲ ਕੀ ਹੈ, ਮਹਾਰਾਜ ਜੀ ਦੱਸਦੇ ਨੇ। ਇੱਥੇ ਸਤਿਗੁਰੂ ਜੀ ਨੇ ਦੱਸਿਆ ਏ ਕਿ ਇਸ ਮਨ ਨੂੰ ਕਿਵੇਂ ਪਕੜ ਵਿੱਚ ਲਿਆਂਦਾ ਜਾ ਸਕਦਾ ਹੈ। ਹੁਣ ਆਪਾਂ ਸੁਣ ਲਿਆ ਇਹ ਸਾਡੀਆਂ ਵੀ ਕਮੀਆਂ ਹਨ ਜਿਹੜੀਆਂ ਦੱਸੀਆਂ ਨੇ ਮਹਾਰਾਜ ਨੇ ਨਾ, ਇਹ ਸਾਡੀਆਂ ਦੁਨੀਆ ਦੇ ਲੋਕਾਂ ਦੀਆਂ ਕਮੀਆਂ ਨੇ, ਸਾਡੇ ਵਿੱਚ ਵੀ ਹਨ। ਮਨ ਆਪਣੇ ਵੱਸ ਵਿੱਚ ਵੀ ਨਹੀਂ ਹੈ, ਸਾਡਾ ਮਨ ਵੀ ਵਿਸ਼ਿਆਂ ਵਿਕਾਰਾਂ ਵੱਲ ਭੱਜਦਾ ਰਹਿੰਦਾ ਏ, ਰੋਕਣ ਤੇ ਵੀ ਨਹੀਂ ਰੁਕਦਾ। ਤੇ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਸੁਣ ਕੇ ਆਪਾਂ ਕਿਹੜਾ ਮੰਨੀ ਹੈ, ਸਾਡਾ ਮਨ ਵੀ ਨਹੀਂ ਮੰਨਦਾ ਹੈ। ਤੇ ਪਰਾਏ ਧਨ ਵੱਲ ਬੁਰੀ ਨਜ਼ਰ ਰੱਖਣੀ, ਪਰਾਏ ਤਨ ਵੱਲ, ਇਸਤਰੀ ਵੱਲ ਬੁਰੀ ਨਜ਼ਰ ਰੱਖਣੀ, ਤੇ ਆਪਣਾ ਜਨਮ ਵਿਅਰਥ ਕਰਨਾ, ਮਾਇਆ ਦੇ ਨਸ਼ੇ ਵਿੱਚ ਕਮਲੇ ਹੋਏ ਰਹਿਣਾ, ਕੋਈ ਸੂਝ ਬੂਝ ਨਾ ਹੋਣੀ, ਆਪਣੇ ਅੰਦਰ ਪਰਮਾਤਮਾ ਨੂੰ ਨਾ ਜਾਣਨਾ, ਇਹ ਸਾਰੀਆਂ ਕਮੀਆਂ ਮਨੁੱਖਾਂ ਵਿੱਚ ਹਨ। ਇਹਨਾਂ ਕਮੀਆਂ ਨੂੰ ਹੱਲ ਕਰਨ ਦਾ ਕੀ ਤਰੀਕਾ ਏ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਬ ਹੀ ਸਰਨ ਸਾਧਕੀ ਆਇਓ। ਜਿਹੜੇ ਸਾਧੂ ਨੇ ਨਾ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਏ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਹੋਏ ਹਨ, ਨਾਮ ਜਪਣ ਵਾਲੇ ਪੂਰਨ ਸਾਧੂ, ਨਾਮ ਜਪਣ ਵਾਲੇ, ਉਹਨਾਂ ਦੀ ਸ਼ਰਨ ਵਿੱਚ ਆ ਜਾਈਏ, ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ, ਉਹਨਾਂ ਦੇ ਬਚਨ ਵਿਲਾਸ ਸੁਣੀਏ, ਜੀਵਨ ਵਿੱਚ ਕਮਾਈਏ। ਉਹਨਾਂ ਦੇ ਨਾਲ ਰਹਿਣ ਨਾਲ ਹੀ ਫਰਕ ਪੈ ਜਾਂਦਾ ਹੈ। ਜਿਹੜੇ ਸਾਧੂ ਨੇ ਨਾ, ਨਾਮ ਜਪਣ ਵਾਲੇ, ਉਹਨਾਂ ਦੀ ਸੰਗਤ ਕਰੀ ਜਾਈਏ ਨਾ ਤੇ ਜੀਵਨ ਬਦਲ ਜਾਂਦਾ ਹੈ। ਜਬ ਹੀ ਸਰਨ ਸਾਧਕੀ ਆਇਓ, ਦੁਰਮਤ ਸਗਲ ਬਿਨਾਸੀ। ਮਨ ਦੀਆਂ ਜਿਹੜੀਆਂ ਖੋਟੀਆਂ ਮੱਤਾਂ ਹਨ ਇਹ ਖਤਮ ਹੋ ਜਾਂਦੀਆਂ ਨੇ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਸਤਿਗੁਰੂ ਜੀ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਆ ਕੇ ਖੋਟੀ ਮਤ ਨਾਸ਼ ਹੋ ਗਈ, ਫਿਰ ਪਰਮਾਤਮਾ ਦਾ ਚਿੰਤਨ ਕੀਤਾ, ਮਨ ਵੀ ਪਰਮਾਤਮਾ ਦੇ ਚੇਤੇ ਵਿੱਚ ਲੱਗ ਗਿਆ। ਕਾਟੀ ਜਮ ਕੀ ਫਾਸੀ, ਜਮਾਂ ਦੀ ਜਿਹੜੀ ਫਾਈ ਹੈ ਕੱਟੀ ਜਾਂਦੀ ਹੈ। ਸਾਧ ਸੰਗਤ ਜੀ, ਜਮਾਂ ਦਾ ਡਰ ਨਹੀਂ ਰਹਿੰਦਾ। ਪਹਿਲੇ ਸ਼ਬਦ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਕਿ ਮਹਾਰਾਜ ਜੀ ਕਹਿੰਦੇ ਸੀ ਨਾ ਕਿ ਜਮਾਂ ਦਾ ਤਰਾਸ ਕਿਵੇਂ ਮਿਟਦਾ ਏ। ਇੱਥੇ ਮਹਾਰਾਜ ਜੀ ਨੇ ਉੱਤਰ ਦਿੱਤਾ ਹੈ ਕਿ ਭਾਈ, ਜਦੋਂ ਮਨ ਵਿੱਚ ਪਰਮਾਤਮਾ ਦਾ ਚਿੰਤਨ ਹੋਣ ਲੱਗ ਪਵੇ, ਅਜੱਪਾ ਜਾਪ ਚੱਲ ਪਵੇ, ਫਿਰ ਜਮਾਂ ਦਾ ਵੀ ਡਰ ਨਹੀਂ ਰਹਿੰਦਾ, ਜਮਾਂ ਦੀ ਵੀ ਫਾਈ ਕੱਟੀ ਜਾਂਦੀ ਹੈ। ਇਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੀ। ਪਵਿੱਤਰ ਉਪਦੇਸ਼ ਸਾਨੂੰ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। 632 ਅੰਗ ਲੜੀਵਾਰ ਕਥਾ ਵਿਚਾਰ ਦੇ ਆਪਾਂ ਨੇ ਸਰਵਣ ਕਰ ਲਏ ਹਨ। ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਕਿ ਮਹਾਰਾਜ ਸਾਡੇ ਹਿਰਦੇ ਵਿੱਚ ਆਪ ਜੀ ਦੇ ਸ਼ੁਭ ਬਚਨ, ਸ਼ੁਭ ਉਪਦੇਸ਼ ਵਸ ਜਾਣ।
ਆਪ ਜੀ ਦੇ ਚਰਨ ਕਮਲਾਂ ਨਾਲ ਸਾਡਾ ਪਿਆਰ ਬਣ ਆਵੇ। ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਬ ਹੀ ਸਰਨ ਸਾਧਕੀ ਆਇਓ, ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।